ਲੈਕਚਰ ਆਪਾਂ ਸਟਾਰਟ ਕਰਦੇ ਬੇਟਾ। ਸੋ ਕੈਨੋਨੀਕਲ ਐਂਸੈਂਬਲ ਦੇ ਵਿੱਚ ਆਪਾਂ ਕੀ ਕਰ ਰਹੇ ਸੀਗੇ, ਕੈਨੋਨੀਕਲ ਐਂਸੈਂਬਲ ਦੇ ਵਿੱਚ ਆਪਣੇ ਕੋਲ ਬੇਸਿਕਲੀ ਇੱਕ ਆਪਾਂ ਸਿਸਟਮ ਡਿਜ਼ਾਈਨ ਕੀਤਾ ਸੀ, ਉਹਦੇ ਕੋਰਸਪੋਂਡਿੰਗ ਆਪਾਂ ਰਿਜ਼ਰਵਾਇਰ ਲੈ ਕੇ ਅਲਟੀਮੇਟਲੀ ਆਪਾਂ ਪਾਰਟੀਸ਼ਨ ਫੰਕਸ਼ਨ ਡਿਜ਼ਾਈਨ ਕਰਨ ਦੀ ਗੱਲ ਕੀਤੀ ਸੀ। ਸੋ ਪਾਰਟੀਸ਼ਨ ਫੰਕਸ਼ਨ ਡਿਜ਼ਾਈਨ ਕਰਨ ਦੇ ਲਈ ਆਪਾਂ ਨੂੰ ਪਤਾ ਸੀਗਾ ਰਿਜ਼ਰਵਾਇਰ ਦੀ એનર્ਜੀ ਨੂੰ ਆਪਾਂ ਲੈ ਕੇ ਚੱਲੇ ਸੀ ER ਪ੍ਰਾਈਮ, ਉਹਦੇ ਕੋਰਸਪੋਂਡਿੰਗ ਆਪਣੇ ਕੋਲ ER ਆਪਾਂ ਸਿਸਟਮ ਦੀ એનર્ਜੀ ਨੂੰ ਲੈ ਕੇ ਚੱਲੇ ਸੀ। ਅਲਟੀਮੇਟਲੀ ਟੋਟਲ એનર્ਜੀ ਵਾਸ ਅ ਕਾਂਸਟੈਂਟ and ਉਸ ਤੋਂ ਆਪਾਂ ਡਰਾਈਵ ਕਰਨ ਦੀ ਕੋਸ਼ਿਸ਼ ਕੀਤੀ ਹੈ ਫॉर ਦੀ ਗਿਵਨ ਡਿਗਰੀ ਆਫ ਫਰੀडम that is energy exchange is allowed। ਉਸ ਕੇਸ ਦੇ ਵਿੱਚ ਆਪਾਂ ਪਾਰਟੀਸ਼ਨ ਫੰਕਸ਼ਨ ਡਿਜ਼ਾਈਨ ਕੀਤਾ ਸੀ। ਐਂਡ ਇੱਥੇ ਵਿੱਚ ਆਪਾਂ ਲਿਖਿਆ ਹੋਇਆ ਹੈ ਕਿ ਜਿਹੜਾ ਆਪਣਾ ਰਿਜ਼ਰਵਾਇਰ ਹੈ ਅਗਰ ਸਾਰੀ ਮੈਂਟਲ ਕਾਪੀਜ਼ ਹੈ ਉਹਦੀ ਕੋਰਸਪੋਂਡਿੰਗ ਆਪਣੀ ਜਿਹੜੀ એનર્ਜੀ ਆਏਗੀ ਔਰ ਇਟ ਵਿਲ ਬੀ ਫਾਰ ਗ੍ਰੇਟਰ ਦੈਨ ER that is the given system ਜਿਹਨੂੰ ਆਪਾਂ ਚੂਜ਼ ਕੀਤਾ ਹੋਇਆ। And reservoir the energy will be almost equal to the total energy of the system because ਜਿਹੜਾ sample ਹੈ it is also a mental copy, it is also a microstate। ਬਾਕੀ ਸਾਰੀਆਂ ਮਾਈਕਰੋਸਟੇਟਸ ਜਿਹੜੀਆਂ ਉਹਨੂੰ ਆਪਾਂ ਰਿਜ਼ਰਵਾਇਰ ਮੰਨਿਆ ਹੋਇਆ। ਸੋ ਇਸ ਤਰ੍ਹਾਂ ਦਾ ਕੁਝ ਕਨਸੈਪਟ ਆਪਾਂ ਡਿਸਕਸ ਕੀਤਾ ਹੋਇਆ। ਉਸ ਤੋਂ ਬਾਅਦ ਜਿਹੜੀ ਪ੍ਰੋਬੇਬਿਲਿਟੀ ਫॉर द ਸਿਸਟਮ ਟੂ ਅਕਰ ਇਨ ਅ ਪਾਰਟੀਕਲ ਮਾਈਕਰੋਸਟੇਟ ਉਹ ਕੀ ਹੋਏਗਾ ਬੇਟਾ, ਇਟ ਵਿਲ ਡਿਪੈਂਡ ਔਨ ਦੀ ਨੰਬਰ ਆਫ ਮਾਈਕਰੋਸਟੇਟਸ ਜਿਹੜੀਆਂ ਹੋਣਗੀਆਂ ਕਿ ਉਸ ਸਿਸਟਮ ਦੇ ਲਈ ਕਿੰਨੀਆਂ ਐਗਜ਼ਿਸਟ ਕਰਨਗੀਆਂ। ਸੋ ਹੁਣ ਆਪਾਂ ਨੂੰ ਪਤਾ ਹੈ ਕਿ ਆਪਾਂ ਸਿਸਟਮ ਦੀ ਸਾਰੀਆਂ ਪ੍ਰੋਪਰਟੀਆਂ ਕਿਹੜੀਆਂ ਹੋਗੀਆਂ ਬੇਟਾ ER ਪ੍ਰਾਈਮ ਦੇ ਕੋਰਸਪੋਂਡਿੰਗ ਆਉਣਗੀਆਂ ਬਿਕਾਜ਼ ER ਪ੍ਰਾਈਮ ਜਿਹੜਾ ਹੈ ਉਹ ਜ਼ਿਆਦਾ ਐਗਜ਼ਿਸਟ ਕਰ ਰਿਹਾ ਹੈ, ਜ਼ਿਆਦਾ ਬਟ ਲਾਰਜ ਨੰਬਰ ਹੈ। ਜਿਹੜਾ ਜ਼ਿਆਦਾ ਲਾਰਜ ਨੰਬਰ ਹੋਏਗਾ ਉਹਦੇ ਕੋਰਸਪੋਂਡਿੰਗ ਤੁਹਾਡੇ ਕੋਲ ਨੰਬਰ ਆਫ ਮਾਈਕਰੋਸਟੇਟਸ ਵੀ ਜ਼ਿਆਦਾ ਹੋਣਗੀਆਂ, ਜਿਸ ਦੇ ਕੋਰਸਪੋਂਡਿੰਗ ਨੰਬਰ ਆਫ ਮਾਈਕਰੋਸਟੇਟਸ ਜ਼ਿਆਦਾ ਹੋਣਗੀਆਂ ਉਹਦੇ ਕੋਰਸਪੋਂਡਿੰਗ ਪ੍ਰੋਬੇਬਿਲਿਟੀ ਵੀ ਜ਼ਿਆਦਾ ਹੋਏਗੀ। ਇਸੇ ਕਰਕੇ ਆਪਾਂ ਕੀ ਕਰਾਂਗੇ, ਅਗਰ ਆਪਾਂ ਸਿਸਟਮ ਦੀ ਪ੍ਰੋਪਰਟੀ ਸਟੱਡੀ ਕਰ ਰਹੇ ਤਾਂ ਆਪਾਂ ਉਹਦੀ ਕੋਰਸਪੋਂਡਿੰਗ ਰਿਜ਼ਰਵਾਇਰ ਦੀ ਪ੍ਰੋਪਰਟੀ ਸਟੱਡੀ ਕਰਕੇ ਉਹਨੂੰ ਸਪੈਕੂਲੇਟ ਕਰ ਸਕਦੇ ਹਾਂ। So probability for the system to occur in a particular microstate will be governed by the number of microstates for the reservoir। and ਉਸ ਦੇ ਕੋਰਸਪੋਂਡਿੰਗ ਆਪਣੇ ਕੋਲ ਇਹਨੂੰ ਆਪਾਂ ER ਪ੍ਰਾਈਮ ਨੂੰ E0 - ER ਲਿਖਿਆ ਹੋਇਆ ਬਿਕਾਜ਼ ਟੋਟਲ એનર્ਜੀ ਆਫ ਦੀ ਸਿਸਟਮ ਇਜ਼ ਕਾਂਸਟੈਂਟ। ਉਸ ਤੋਂ ਬਾਅਦ ਕੀ ਕੀਤਾ ਬੇਟਾ, ਹੁਣ ਆਪਣੇ ਕੋਲ ਜਿਹੜਾ ਨੰਬਰ ਆਫ ਮਾਈਕਰੋਸਟੇਟਸ ਲਾਰਜ ਹੁੰਦੀਆਂ ਇਸ ਕਰਕੇ ਆਪਾਂ ਕੀ ਕੀਤਾ ਉਹਨੂੰ ਲੌਗ ਆਫ ਫੈਕਟਰ ਦੇ ਨਾਲ ਅਪਲਾਈ ਕਰ ਦਿੱਤਾ। ਸੋ ਬੋਥ ਸਾਈਡ ਤੋਂ ਤੁਸੀਂ ਲੌਗ ਅਪਲਾਈ ਕਰੋਗੇ ਤਾਂ ਟੇਲਰ ਸੀਰੀਜ਼ ਦੇ ਨਾਲ ਤੁਸੀਂ ਇਹਦੀ ਐਕਸਪੈਂਸ਼ਨ ਕਰਨੀ ਪਏਗੀ। ਟੇਲਰ ਸੀਰੀਜ਼ ਦੀ ਐਕਸਪੈਂਸ਼ਨ ਐਡ ਅਪ ਕਰਕੇ ਇੰਪਲੀਮੈਂਟ ਕਰਕੇ ਅਲਟੀਮੇਟਲੀ ਤੁਹਾਡੇ ਕੋਲ ਜਿਹੜਾ ਰਿਜ਼ਲਟ ਬਣੇਗਾ ਇੱਥੇ ਤੱਕ ਤੁਸੀਂ ਪਹੁੰਚ ਜਾਓਗੇ log of so that you will be landing up to omega prime ਜਿਹੜੀ number of microstates ਹੋਣਗੇ it will be given by ER prime ਦੇ corresponding it will be omega prime E naught into e raised to minus beta ER। ਹੁਣ probability ਆਪਣੀ ਕਿਤੇ ਡਿਪੈਂਡ ਕਰਦੀ ਹੈ ਬੇਟਾ omega prime ER prime ਦੇ ਉੱਤੇ ਡਿਪੈਂਡ ਕਰਦੀ ਹੈ ਐਂਡ E naught ਕੀ ਹੈ ਬੇਟਾ ਕਾਂਸਟੈਂਟ ਫੈਕਟਰ ਹੈ ਇਸ ਕਰਕੇ ਜਿਹੜੀ ਨੰਬਰ ਆਫ ਮਾਈਕਰੋਸਟੇਟਸ ਹੋਣਗੀਆਂ ਟੋਟਲ ਇੱਕ ਕਾਂਸਟੈਂਟ ਹੋਣਗੀਆਂ ਇਸ ਕਰਕੇ ਆਪਾਂ ਪ੍ਰੋਪੋਰਸ਼ਨੈਲਿਟੀ ਦਾ ਸਾਈਨ ਪਾ ਕੇ ਅਲਟੀਮੇਟਲੀ ਸਿਰਫ ਇਹ ਵਾਲਾ ਫੈਕਟਰ ਕੰਸੀਡਰ ਕੀਤਾ ਸੀ। ਸੋ ਬਾਕੀ ਸਾਰੇ ਫੈਕਟਰ ਆਪਾਂ ਕਾਂਸਟੈਂਟ ਚੂਜ਼ ਕੀਤੇ ਸੀ ਇਸ ਕਰਕੇ ਪ੍ਰੋਪੋਰਸ਼ਨੈਲਿਟੀ ਇਹਦੇ ਕੋਰਸਪੋਂਡਿੰਗ ਆ ਗਈ ਐਂਡ ਜਿਹੜਾ ਆਪਣੇ ਕੋਲ ਇੱਕ ਜਦੋਂ ਪ੍ਰੋਪੋਰਸ਼ਨੈਲਿਟੀ ਹਟਾਵਾਂਗੇ ਤਾਂ ਅਲਟੀਮੇਟਲੀ ਆਪਣੇ ਕੋਲ ਜਿਹੜਾ ਰਿਜ਼ਲਟ ਬਚੇਗਾ ਜਿਹੜਾ ਪ੍ਰੋਪੋਰਸ਼ਨੈਲਿਟੀ ਕਾਂਸਟੈਂਟ ਹੈ that is 1 by q raised to power q of n or you can simply say this is the partition function of the system। ਜਿਹੜੀ ਪ੍ਰੋਬੇਬਿਲਿਟੀ ਹੈ ਉਹਨੂੰ ਜਦੋਂ ਆਪਾਂ ਯੂਜ਼ ਕਰਾਂਗੇ ਤਾਂ ਪਾਰਟੀਸ਼ਨ ਫੰਕਸ਼ਨ ਆਟੋਮੈਟਿਕਲੀ ਇਵੋਲਵ ਹੋ ਜਾਏਗਾ। ਸੋ ਜਿਹੜੀ ਪ੍ਰੋਬੇਬਿਲਿਟੀ ਦੇ ਕੁਝ ਪ੍ਰੋਪਰਟੀਜ਼ ਹੁੰਦੀਆਂ ਪ੍ਰੋਪਰਟੀਜ਼ ਫॉर all of the system is always equal to 1 unity। ਇਸ ਕਰਕੇ ਆਪਾਂ ਨੂੰ ਇੰਪਲੀਮੈਂਟ ਕੀਤਾ ਹੋਇਆ ਉਹਦੇ ਵਿੱਚ ਆਪਾਂ ਫਾਈਂਡ ਆਊਟ ਕਰ ਸਕਦੇ what will be the probability for this system 1 by q of n। ਜਦੋਂ ਪ੍ਰੋਬੇਬਿਲਿਟੀ ਵਾਲੇ ਫੈਕਟਰ 'ਚ ਆਪਾਂ ਦੀ ਵੈਲਿਊ ਵਗੈਰਾ ਫਿਟ ਕਰਾਂਗੇ ਤਾਂ ਅਲਟੀਮੇਟਲੀ ਸਮੇਸ਼ਨ ਓਵਰ r ਆ ਜਾਏਗਾ ਬਿਕਾਜ਼ ਸਮੇਸ਼ਨ ਓਵਰ r ਇੱਥੇ ਹੀ ਆ ਰਿਹਾ ਸਮੇਸ਼ਨ ਓਵਰ r p of r is equal to unity। ਇਸ ਕਰਕੇ ਆਪਾਂ p of r ਦੀ ਵੈਲਿਊ ਵਗੈਰਾ ਫਿਟ ਕਰਕੇ ਚੂਜ਼ ਕਰਕੇ ਇਹਨੂੰ ਅਲਟੀਮੇਟਲੀ ਪਾਰਟੀਸ਼ਨ ਫੰਕਸ਼ਨ ਦੀ ਵੈਲਿਊ ਆਪਾਂ ਡਿਸਾਈਡ ਕਰ ਸਕਦੇ ਹਾਂ। ਹੁਣ ਇਹਦੇ ਵਿੱਚ ਕੀ ਹੈ ਬੇਟਾ ਸਿਰਫ ਤੇ ਸਿਰਫ એનર્ਜੀ ਐਕਸਚੇਂਜ ਅਲਾਉਡ ਹੈ ਇਸ ਕਰਕੇ e raised to minus beta ER ਦਾ ਫੈਕਟਰ ਦੇ ਵਿੱਚ ਆ ਜਾਏਗਾ लेकिन अपने को पार्टिकल एक्सचेंज अलाउड नहीं है इस करके माइनस अल्फा NR का कंसेप्ट तब तक नहीं आएगा जब तक आप ग्रांड कैनोनिकल एंसेंबल स्टार्ट नहीं करते। ठीक है जी। सो इस तो बाद अपने को आएगा प्रोबेबिलिटी ਉਹਦੇ ਵਿੱਚ ਕੀ ਹੈ ਬੇਟਾ q of n ਦੀ ਵੈਲਿਊ ਵਗੈਰਾ ਫਿਟ ਕਰ ਦਿਓ ਅਲਟੀਮੇਟਲੀ ਤੁਹਾਡੇ ਕੋਲ ਕੀ ਆਏਗਾ e raised to minus beta ER। ਇਹ ਤੁਹਾਡੀ ਸਿੰਪਲ ਵੇ એનર્ਜੀ ਵੈਲਿਊ ਹੈ तो ਸੌਰੀ ਦਾ ਨੰਬਰ ਹੋ ਜਾਏਗਾ ਉਹਦੀ ਕੋਰਸਪੋਂਡਿੰਗ ਤੁਹਾਡੇ ਕੋਲ ਪਾਰਟੀਸ਼ਨ ਫੰਕਸ਼ਨ ਜਿਹੜਾ ਹੋਏਗਾ ਪਾਰਟੀਸ਼ਨ ਫੰਕਸ਼ਨ ਇਟ ਵਿਲ ਬੀ ਦੀ ਸਮ ਓਵਰ ਆਲ ਦੀ એનર્ਜੀ ਸਟੇਟਸ ਤੇ ਜਿੰਨੀਆਂ ਵੀ એનર્ਜੀ ਸਟੇਟਸ ਤੁਹਾਡੇ ਕੋਲ ਅਵੇਲੇਬਲ ਹੋਣਗੀਆਂ ਉਹਦੇ ਕੋਰਸਪੋਂਡਿੰਗ ਤੁਹਾਡੇ ਕੋਲ ਇਹ ਵਾਲਾ ਫੈਕਟਰ ਸਮ ਹੋ ਕੇ ਆਏਗਾ। ਅਗਰ ਤੁਹਾਡੇ ਕੋਲ 3 એનર્ਜੀ ਸਟੇਟਸ ਹੈ so E1 E2 and E3 ਦੇ ਕੋਰਸਪੋਂਡਿੰਗ ਸਾਰੀ એનર્ਜੀ ਸਟੇਟਸ ਦੇ ਕੋਰਸਪੋਂਡਿੰਗ ਜਿਹੜੀ ਟਰਮ ਆਏਗੀ ਉਹਨਾਂ ਨੂੰ ਐਡ ਅਪ ਕੀਤਾ ਜਾਏਗਾ। so it will be dependent on the properties of the system ਤੁਹਾਡੇ ਕੋਲ ਕਿੰਨੇ એનર્ਜੀ ਲੈਵਲਸ ਅਵੇਲੇਬਲ ਹੈ ਐਂਡ ਉਹਨਾਂ ਦੀ એનર્ਜੀ ਕਿਸ ਤਰ੍ਹਾਂ ਦੀ ਹੈ। ਸੋ ਇਸ ਵਾਲੇ ਫੈਕਟਰ ਨੂੰ ਜਿਹੜਾ ਕੀ ਹੈ ਇਹਨੂੰ ਬੋਲਜ਼ਮੈਨ ਫੈਕਟਰ ਕੀ ਬੋਲਜ਼ਮੈਨ ਫੈਕਟਰ ਵੀ ਕਿਹਾ ਜਾਂਦਾ ਹੈ ਫॉर ਦੀ એનર્ਜੀ ਸਟੇਟ E of r। ਸੋ ਇਹ ਵਾਲੇ ਸਿੰਪਲ ਬੋਲਜ਼ਮੈਨ ਫੈਕਟਰ ਵੀ ਕਹਿੰਦੇ ਆ। ਠੀਕ ਹੈ ਕਿ ਉਹਦਾ ਬੋਲਜ਼ਮੈਨ ਕਾਂਸਟੈਂਟ ਹੈ ਨਹੀਂ ਉਹਦਾ ਬੋਲਜ਼ਮੈਨ ਫੈਕਟਰ।
So obviously Q partition function is the sum for a Boltzmann factor over all the allowed energy states of the given system. This is called canonical partition function or simply the partition function or sum over energy states of the system. So एक चीज और दस देना बेटा, ਆਪਾਂ ਪਹਿਲਾਂ ਮਾਈਕਰੋ ਕੈਨੋनिकल ensemble ਕੀਤਾ। ਮਾਈਕਰੋ ਕੈਨੋनिकल ensemble ਵਿੱਚ ਕਈ ਵਾਰ ਪੁੱਛ ਲੈਂਦੇ ਕਿ ਪਾਰਟੀਸ਼ਨ ਫੰਕਸ਼ਨ ਲਿਖ ਕੇ ਦਿਖਾਓ। ਹੁਣ ਬਿਕਾਜ਼ ਮਾਈਕਰੋ ਕੈਨੋनिकल ਜਿਹੜਾ ਪਾਰਟ ਸਿਸਟਮ ਹੈ ਉਸ ਕੇਸ ਦੇ ਵਿੱਚ ਤੁਹਾਡੇ ਕੋਲ ਕੋਈ ਵੀ ਐਕਸਚੇਂਜ ਅਲਾਉਡ ਨਹੀਂ ਹੈ, ਨਾ ਐਨਰਜੀ ਐਕਸਚੇਂਜ ਹੈ, ਨਾ ਤੁਹਾਡੇ ਕੋਲ ਪਾਰਟੀਕਲ ਐਕਸਚੇਂਜ ਹੈ। ਤੁਹਾਡੇ ਕੋਲ ਇਸ ਕਰਕੇ ਕੋਈ ਕੀ ਹੋਏਗਾ ਬੇਟਾ, ਬਾਉਂਡਰੀਜ਼ ਰਿਜਿਡ ਹੋ ਜਾਣਗੀਆਂ ਐਂਡ ਅਲਟੀਮੇਟਲੀ ਜਿਹੜਾ ਪਾਰਟੀਸ਼ਨ ਫੰਕਸ਼ਨ ਹੋਏਗਾ ਇਟ ਵਿਲ ਬੀ ਅ ਯੂਨਿਟੀ। So partition function for the case of microcanonical ensemble it will turn out to be unity। इस चीज को नोट करके रख लो। So Q1 involves only the energy states and hence the characteristics of the system and hence nothing to do with the nature of the reservoir। So ਇਹਦੇ ਵਿੱਚ ਕੀ ਦਿੱਤਾ ਹੋਇਆ ਬੇਟਾ, ਆਪਣੇ ਕੋਲ ਜਿਹੜਾ ਪਾਰਟੀਸ਼ਨ ਫੰਕਸ਼ਨ ਹੈ ਇਹ ਸਿਰਫ ਤੁਹਾਡੀ એનર્ਜੀ ਸਟੇਟ ਦੇ ਉੱਪਰ ਡਿਪੈਂਡ ਕਰਦਾ ਹੈ, ਰਿਜ਼ਰਵਾਇਰ ਦਾ ਇਹਦੇ ਨਾਲ ਕੋਈ ਲੈਣ ਦੇਣ ਨਹੀਂ ਹੈ। It must be emphasized that the canonical partition function depends upon the volume of the container and the number of particles in it that as their determined permitted energy states or something like that। So in general ਆਪਾਂ simply ਲਿਖ ਸਕਦੇ ਹਾਂ। तो ਤੁਹਾਡੇ ਕੋਲ ਜਿਹੜਾ partition function ਹੈ ਇਹ n b and t ਤੇ ਡਿਪੈਂਡ ਕਰਦਾ ਹੈ। ਤੁਹਾਡੇ ਕੋਲ ਕੀ ਹੈ q n b and t ਦੇ corresponding ਤੁਹਾਡੇ ਕੋਲ ਇਹ ਲਿਖਿਆ ਜਾਂਦਾ ਹੈ। तो simple terminology ਜ਼ਿਆਦਾ ਕੋਈ hard and fast ਵਾਲਾ ਕੰਮ ਨਹੀਂ, ਜਿਹੜੀ relevant ਚੀਜ਼ ਹੈ ਉਹ ਡਿਸਕਸ ਕਰਾਂਗੇ। So if the system is subjected to some external field, say electric or magnetic field, then the spectrum is influenced by these and their hence Qn also becomes dependent on the fields। तो ਤੁਹਾਡੇ ਕੋਲ ਜਿਹੜਾ ਪਾਰਟੀਸ਼ਨ ਫੰਕਸ਼ਨ ਹੈ ਅਗਰ ਤੁਸੀਂ ਮੈਗਨੈਟਿਕ ਫੀਲਡ ਅਪਲਾਈ ਕਰੋਗੇ ਤਾਂ ਉਹਦੇ ਕੋਰਸਪੋਂਡਿੰਗ ਇੰਪਲੀਮੈਂਟ ਕਰਕੇ ਚੇਂਜ ਹੋ ਜਾਏਗਾ। तो जिस तरह से ਤੁਸੀਂ ਫੋਰਸ ਐਗਜ਼ਰਟ ਕਰੋਗੇ ਸਿਸਟਮ ਦੇ ਉੱਪਰ ਮੈਗਨੈਟਿਕ ਫੀਲਡ ਜਾਂ ਇਲੈਕਟ੍ਰਿਕ ਫੀਲਡ ਉਹਦੇ ਕੋਰਸਪੋਂਡਿੰਗ ਤੁਹਾਡੇ ਕੋਲ ਪਾਰਟੀਸ਼ਨ ਫੰਕਸ਼ਨ ਹਮੇਸ਼ਾ ਹੀ ਉਹਦੇ ਅਕੋਰਡਿੰਗ ਰਿਜ਼ਲਟ ਦੇਗਾ। ठीक है, तो इस तरह चीज आएंगे। तो उस तो बाद ये सपोज द सिस्टम इज सच दैट द एनर्जी स्टेट इटसेल्फ कैन बी ऑब्टेन्ड इन द जीआर वेज। ये चीज ਆਪਾਂ डिस्कस की है जस्ट लाइक हाइड्रोजन एटम अपने को की होएगा डीजनरेसी एग्जिस्ट करेगी 2s and 2p and 3s 3p 3d all the states will be at the same energy 2p 2s same energy ਦੇ ਹੋਣਗੇ 3s 3p and 3d all they will be at the same energy। ਇਸ ਕਰਕੇ ਆਪਾਂ ਨੂੰ डीजनरेसी भी टेक इनटू काउंट करनी पड़ेगी। तो कि ਜਿਹੜਾ ਪਾਰਟੀਸ਼ਨ ਫੰਕਸ਼ਨ ਹੋਏਗਾ it takes care of the energy degeneracy by using a factor g of r। so g of r ਨੂੰ ਤੁਸੀਂ ਇੰਪਲੀਮੈਂਟ ਕਰੋਗੇ g of r into e raised to minus beta er, ਜਿੰਨੀ ਡੀਜਨਰੇਸੀ ਹੋਏਗੀ ਉਹ g of r। ਅਗਰ 2 ਡੀਜਨਰੇਟ ਸਟੇਟਸ ਹੈ just like 2s and 2p ਤਾਂ g of r ਦੀ ਵੈਲਿਊ 2 ਹੋ ਜਾਏਗੀ। ਅਗਰ 3 ਸਟੇਟਸ ਹੈ ਤਾਂ ਅਲਟੀਮੇਟਲੀ 3 ਹੋ ਜਾਏਗਾ। ਉਹਦੇ ਕੋਰਸਪੋਂਡਿੰਗ ਤੁਹਾਡੇ ਕੋਲ ਰਿਜ਼ਲਟ ਆ ਜਾਣਗੇ। So the corresponding probability factor की हो गया बेटा, probability factor g of r e raised to minus beta er and summation of the corresponding आ जाएगी g of r e raised to minus beta er divided by summation of r g r e raised to minus beta er। ऊपर सिंपल टर्म होएगी, बाकी नीचे की होएगा सारे का सब हो जाएगा। Thus the weight factor for the Boltzmann factor, recall that for a single particle in a cubical box, और single particle cubical box ਦੇ ਵਿੱਚ ਪਿਆ ਹੋਇਆ ਤਾਂ ਉਹਦੇ ਕੇਸ ਵਿੱਚ ਆਪਣੇ ਕੋਲ ਪਤਾ ਹੈ so that the separation between the conjective levels is given by। ਹੁਣ ਆਪਣੇ ਕੋਲ ਇਹ ਵੀ ਚੀਜ਼ ਪਤਾ ਹੈ ਕਿ ਪਾਰਟੀਕਲ ਇਨ ਬਾਕਸ ਪ੍ਰੋਬਲਮ ਦੀ ਆਪਾਂ ਗੱਲ ਕਰਾਂਗੇ ਤਾਂ ਆਪਣੇ ਕੋਲ ਕੀ ਹੋਏਗਾ, ਅਗਰ ਜੇ ਆਪਣੇ ਕੋਲ ਲੈਂਥ ਦਿੱਤੀ ਹੋਈ ਹੈ ਜਾਂ ਵੋਲਿਊਮ ਦਿੱਤਾ ਹੋਇਆ ਉਹਦੇ ਕੋਰਸਪੋਂਡਿੰਗ ਆਪਣੇ ਕੋਲ ਜਿਹੜੇ એનર્ਜੀ ਲੈਵਲ ਆਣਗੇ એનર્ਜੀ ਡਿਫਰੈਂਸ ਆਏਗਾ। अगर अपने को वॉल्यूम ज्यादा हो गया तो ਉਹਦੇ ਕੋਰਸਪੋਂਡਿੰਗ ਆਪਣੇ ਕੋਲ એનર્ਜੀ ਡਿਫਰੈਂਸ ਜਿਹੜਾ ਹੋਏਗਾ ਇਟ ਵਿਲ ਟੈਂਡਿੰਗ ਟੂ 0, मतलब कि बैंड स्ट्रक्चर एग्जिस्ट कर सकती है। so in the thermodynamic limit n as well as volume are very large so that delta En becomes negligible small, hence the energy spectrum for the n particles in a box can be taken to form a continuum। तो मैं ਤੁਹਾਨੂੰ ਪਹਿਲੇ ਦੱਸ ਦਿੱਤਾ ਹੈ ਅਗਰ ਤਾਂ ਆਪਣੇ ਕੋਲ ਸਪੈਕਟਰਮ ਕੰਟੀਨਿਊਸ ਬਣ ਜਾਂਦਾ ਹੈ ਤਾਂ ਸਪੈਸੀਮੇਸ਼ਨ ਹਮੇਸ਼ਾ ਇੰਟੈਗਰਲ ਫਾਰਮ ਦੇ ਵਿੱਚ ਚੇਂਜ ਕਰ ਦਿੰਦੀ ਹੈ। ਇਹ ਚੀਜ਼ ਯਾਦ ਰੱਖਿਓ। We replace the discreteness in the provisional treatment by continuity। This rho of probability PEDE ਜਿਹੜੀ ਹੈਗੀ it will signify the probability that the system occurs in an energy state with energy between E and E plus DE। Similarly G of E and DE ਜਿਹੜਾ ਹੋਏਗਾ will give the number of the energy states in the energy interval। तो ਸਾਰੇ ਜਿਹੜੀ continuity equation ਆਪਣੇ ਕੋਲ designate ਹੋ ਜਾਏਗੀ ਅਗਰ ਆਪਾਂ discreteness ਤੋਂ continuity ਵੱਲ ਜਾਂਦੇ ਹਾਂ। ठीक है जी। PEDE ਜਿਹੜਾ ਹੋਏਗਾ it will be 1 by qn of PT into g of E into e raised to minus beta e de ਦੇ ਬਰਾਬਰ ਆ ਜਾਏਗਾ। so this is the continuity equation। तो ਇਹ ਜਦ ਮੈਂ already ਦੱਸ ਦਿੱਤਾ ਬੇਟਾ ਕਿ ਆਪਣੇ ਕੋਲ ਅਗਰ
ਤੇ अगर अपने को बैंड स्ट्रक्चर बनेगी जस्ट लाइक जिदा ਆਪਾਂ ਸਮੇਸ਼ਨ ਨੂੰ ਇੰਟੈਗਰਲ ਦੀ ਫਾਰਮ ਦੇ ਵਿੱਚ ਚੇਂਜ ਕਰ ਸਕਦੇ ਅਗਰ n is tending to infinity while m is also tending to infinity ਉਸ ਕੇਸ ਦੇ ਵਿੱਚ ਆਪਣੇ ਕੋਲ ਕੀ ਹੋਏਗਾ ਪਾਰਟੀਸ਼ਨ ਫੰਕਸ਼ਨ ਵੀ ਕੰਟੀਨਿਊਸ ਹੋ ਜਾਏਗਾ rather than discrete ਸਮੇਸ਼ਨ ਨਹੀਂ ਆਏਗੀ इंटेग्रल आ जाएगा सो इट विल बी 0 to infinity g of e raised to minus beta e into de सो जिथे पहला समेशन पाया हुआ सीगा g of r into e raised to minus beta e r लिखा हुआ सीगा और उसकी कॉरस्पॉन्डिंग अपने को किया जाएगा बेटा इंटीग्रल हो जाएगा so note that g of e is 0 for the energy state not possible for the system अगर सिस्टम किसी एनर्जी स्टेट में नहीं एग्जिस्ट कर रहा है तो उस केस में g of e की वैल्यू 0 हो जाएगी Obviously, the partition function is Laplace transform of the density of the energy state CE. So, ਜਿਹੜੀ energy state ਦੀ density ਹੈ ਬੇਟਾ ਉਹਦੀ corresponding ਆਪਣੇ ਕੋਲ ਮਤਲਬ degeneracy ਹੈ density ਤੁਸੀਂ ਕਹਿ ਸਕਦੇ ਹੋ ਉਹਦੇ corresponding ਤੁਹਾਡੇ ਕੋਲ ਜਿਹੜੀ ਆਏਗੀ ਇਹ Laplace transform ਦੀ corresponding ਆਏਗੀ तो level density ਕੀ ਹੋਏਗੀ ਸੌਰੀ Laplace transform ਕੀ ਹੋ ਜਾਏਗੀ Laplace transform is e raised to minus st into f of t into dt ਦੇ ਬਰਾਬਰ ਹੁੰਦੀ ਹੈ तो Laplace transform ਹੀ ਦਿੱਤੀ ਹੋਈ ਹੈ almost एवरेज वैल्यू ऑफ एनी फिजिकल क्वांटिटी ये भी आपका प्रॉपर्ली लिखा हुआ है बेटा ये कोई ज्यादा हार्ड एंड फास्ट वाला काम नहीं सिंपल टर्म है दिस शोज दैट वी कैन रिड्यूस द पार्टीशन फंक्शन वी कैन डिटरमिन द एवरेज ऑफ एनी थर्मोडायनामिकल क्वांटिटी इफ द पार्टीशन फंक्शन इज नोन तो उसके बाद ਆਪਾਂ ਅੱਜ ਗੱਲ ਕਰਾਂਗੇ बेटा थर्मोडायनामिक्स तो फिलहाल ਦੀ ਕੜੀ ਸਰ ਜਿਹੜਾ ਕੱਲ ਲਿਟਰੇਚਰ ਸੀਗਾ ਥੋੜਾ ਹੌਸਪੌਚ ਜਿਹਾ ਸੀਗਾ ਮੈਂ ਥੋੜਾ ਕਲੱਬ ਕਰਨ ਦੀ ਕੋਸ਼ਿਸ਼ ਕੀਤੀ ਹੈ ਉਸ ਤੋਂ ਬਾਅਦ ਪਹਿਲਾ ਟੌਪਿਕ ਹੈ ਥਰਮੋਡਾਇਨਾमिक्स आफ्टर द पार्टीशन फंक्शन तो thermodynamics किस तरह डिस्कस करेंगे बेटा canonical ensemble the consider a canonical ensemble of very large number of particles or of the mental copies or identical system that can exchange energy with each other will be the but with the condition that total energy of the ensemble be fixed तो canonical ensemble है energy exchange allowed है total energy of the system is constant since energy exchange is allowed and number involves are very large at any time we suppose that the no number of elements is a naught and have energy e naught and n1 elements have energy e1 n2 elements have energy e2 and so on so अपने को नंबर काफी ज्यादा है इस करके अपने को की होएगा देयर विल बी एनर्जी डिस्ट्रीब्यूशन e1 ਦੇ corresponding n1 number of particles होंगे e2 एनर्जी ਦੇ corresponding n2 particle होंगे and so on obviously total number of particles in the system की हो जाएगी बेटा n of r which will be equal to summation ले लोगे total number of particles के बराबर आ जाएंगे so n1 n2 n3 सारे क्लब होंगे total number of particles बन जाएंगे अगर आप टोटल एनर्जी सिस्टम की फाइंड आउट करनी है तो E नॉट है E नॉट को किस तरह लिखा जाता है बेटा n of r into E of r is equal to E नॉट मतलब n1 the corresponding energy E1 n2 the corresponding energy E2 n3 the corresponding energy E3 and so on ये चीजें चलती रहेंगी so n into u जड़ा है u की है एवरेज एनर्जी ऑफ द एन एलिमेंट इन द एनसेम्बल और इन द वे एवरेज एनर्जी ऑफ द सिस्टम सो एवरेज एनर्जी की फॉर्म ਦੇ ਵਿੱਚ ਵੀ ਲਿਖ ਸਕਦੇ बेटा एवरेज एनर्जी ਨੂੰ नंबर ऑफ पार्टिकल मल्टीप्लाई कर दोगे तो टोटल एनर्जी आ ही जाएगी अपने को so कई तरीके हैं इस काम को करने के any set of the integers n r which satisfy the above conditions represent a possible mode of distribution of energy e naught amongst omega elements of the in the ensemble obviously the number of sets will be quite large note that n elements in the collection can be arranged among themselves in n factorial ways the number of elements in the energy e naught in n factorial n1 elements can be arranged in n1 factorial n2 can be arranged in n2 factorial and nr elements can be arranged in nr factorial तो सारी की है थर्मोडायनामिक्स है बेटा सॉरी स्टैटिस्टिकल फिजिक्स एंड थर्मोडायनामिक्स का कांसेप्ट है ਹੁਣ ਅਗਰ ਆਪਾਂ ਇਸ ਸਿਸਟਮ ਦੇ ਲਈ ਸਪੋਜ਼ ਕਰੋ ਆਪਣੇ ਕੋਲ ਇੱਕ ਵੱਡਾ ਸਾਰਾ ਸਿਸਟਮ ਹੈ ਜਿੱਦਾਂ ਕਿ ਆਪਾਂ ਹੁਣੇ ਲੈ ਕੇ ਚੱਲੇ ਆ ਉਹਦੇ ਵਿੱਚ n1 ਪਾਰਟੀਕਲ ਦੇ ਕੋਰਸਪੋਂਡਿੰਗ એનર્ਜੀ e1 ਹੈ मतलब कि एक बॉक्स है वो e1 है दूसरा बॉक्स e2 है ਉਹਦੇ ਵਿੱਚ तीसरा बॉक्स e3 है एनर्जी ਦੇ ਬਾਕਸਸ ਬਣੇ ਹੋਏ ਆ पहले बॉक्स ਦੇ ਵਿੱਚ n1 ਪਾਰਟੀਕਲ ਆ ਗਏ ਦੂਸਰੇ ਬਾਕਸ ਵਿੱਚ n2 ਪਾਰਟੀਕਲ ਆ ਗਏ ਤੀਸਰੇ ਬਾਕਸ ਵਿੱਚ n3 ਪਾਰਟੀਕਲ ਆ ਗਏ तो ਇਸ ਕਰਕੇ ਆਪਾਂ ਨੂੰ ਥਰਮੋਡਾਇਨਾਮਿਕਲ ਪ੍ਰੋਬੇਬਿਲਿਟੀ ਫਾਈਂਡ ਆਊਟ ਕਰ ਸਕਦੇ ਹਾਂ ਹੁਣ ਆਪਾਂ ਕੀ ਕੀਤਾ ਬੇਟਾ ਥਰਮੋਡਾਇਨਾਮਿਕਲ ਪ੍ਰੋਬੇਬਿਲਿਟੀ ਕੀ ਹੋਏਗੀ ਟੋਟਲ ਕੰਬੀਨੇਸ਼ਨ ਜਿਹੜੇ ਆਪਾਂ ਬਣਾ ਸਕਦੇ ਉਹਨਾਂ ਦੇ ਆਪਸ ਦੇ ਵਿੱਚ ਅਰੇਂਜਮੈਂਟ ਕਰ ਸਕਦੇ ਦੈਟ ਵਿਲ ਬੀ n ਫੈਕਟੋਰੀਅਲ ਨੰਬਰ ਆਫ ਪਾਰਟੀਕਲਸ ਦੇ ਲੇਕਿਨ ਹੁਣ ਆਪਾਂ ਕੀ ਹੋਏਗਾ ਇੱਕ ਬਾਕਸ ਦੇ ਵਿੱਚ ਜਿੰਨੇ ਵੀ ਪਾਰਟੀਕਲ ਚਲੇ ਗਏ ਉਹ ਆਪਸ ਵਿੱਚ ਜਿੰਨਾ ਮਰਜ਼ੀ ਰੀਅਰੇਂਜ ਕਰਦੇ ਰਹਿਣ ਆਪਾਂ ਨੂੰ ਉਹਦਾ ਕੋਈ ਫਾਇਦਾ ਨਹੀਂ ਹੈ ਇਸ ਕਰਕੇ ਆਪਾਂ ਹਮੇਸ਼ਾ ਨੂੰ ਡਿਨੋਮੀਨੇਟਰ ਤੇ ਲਿਖਾਂਗੇ ਬਿਕੋਜ਼ એનર્ਜੀ E1 ਦੇ ਕੋਰਸਪੋਂਡਿੰਗ ਕੀ ਹੋ ਗਿਆ ਬੇਟਾ E0 ਦੇ ਕੋਰਸਪੋਂਡਿੰਗ M0 ਹੋ ਗਿਆ E1 ਦੇ ਕੋਰਸਪੋਂਡਿੰਗ N1 ਹੋ ਗਿਆ ਹੁਣ ਬਾਕਸ ਦੇ ਵਿੱਚ ਜਿੰਨੇ ਪਾਰਟੀਕਲ ਪਏ ਹੋਏ ਸਪੋਜ਼ ਕਰੋ ਪਹਿਲੇ ਫਸਟ ਬਾਕਸ ਵਿੱਚ ਅਗਰ 15 ਪਾਰਟੀਕਲ ਪਏ ਹੋਏ 15 ਪਾਰਟੀਕਲਸ ਤਾਂ ਉਹਦੀ ਕੋਰਸਪੋਂਡਿੰਗ 15 ਫੈਕਟੋਰੀਅਲ ਦੇ ਰੀਅਰੇਂਜਮੈਂਟ ਜਿਹੜੇ ਹੋਣਗੇ ਉਹ ਆਪਣੇ ਕਿਸੇ ਕੰਮ ਦੇ ਨਹੀਂ ਹੈ ਮਤਲਬ ਕਿ ਉਹ ਮੀਨਿੰਗਲੈਸ ਅਰੇਂਜਮੈਂਟਸ ਹੋ ਜਾਣਗੇ ਸੋ ਇਸ ਕਰਕੇ ਆਪਾਂ ਉਹਨੂੰ ਟੇਕ ਕੇਅਰ ਕਰਾਂਗੇ ਇਸ ਕੇਸ ਦੇ
ਸੋ ਇਸ ਕਰਕੇ n नॉट फैक्टोरियल n1 फैक्टोरियल nr फैक्टोरियल एंड सो ऑन ही चलते रहेंगे। ठीक है जी। तो देयरफॉर w इज क्वाइट अ लार्ज नंबर n फैक्टोरियल डिवाइडेड बाय प्रोडक्ट ऑफ आवर r nr फैक्टोरियल एंड we are essentially interested in the thermodynamics of the system. We consider log of the w, thus we can simply rewrite in this form because ਤੁਹਾਡੇ ਕੋਲ w ਫੈਕਟਰ ਜਿਹੜਾ ਲਾਰਜ ਹੋਏਗਾ ਇਸ ਕਰਕੇ log ਲੈਣਾ ਹੀ ਪਏਗਾ। w ਜਿਹੜਾ ਹੋਏਗਾ log of it will be ਆਪਣੇ ਕੋਲ ਕੀ ਹੈ w is equal to n factorial divided by product over nr factorial ਇਸ ਕਰਕੇ log of m divided by n will be equal to log of m minus log of n ਦੇ ਬਰਾਬਰ ਆ ਜਾਏਗਾ। summation automatically ਇਹਦੇ ਵਿੱਚ ਬਾਹਰ ਆ ਜਾਏਗੀ ਬੇਟਾ। since n and as well as all the nr are quite large because the numbers involved are quite large we use Stirling formula। तो हमेशा ही ਆਪਾਂ Stirling formula ਲਗਾਵਾਂਗੇ ਜਦੋਂ ਵੀ log ਦੀ ਕੰਸੀਡਰੇਸ਼ਨ ਹੋਏਗੀ। So log of w can be rewritten in the form and log of n factorial can be written as n log n minus n हो गया बेटा अपने को minus summation over r ਇਹਦੇ ਵਿੱਚ ਕੀ ਹੋ ਜਾਏਗਾ nr log of nr minus nr ਦੇ ਬਰਾਬਰ ਆ ਜਾਏਗਾ। nr small ਹੈ बेटा ध्यान रखियो। ठीक है जी। सो n log n ਉਹਦੀ corresponding minus n ਇਹਦੇ ਵਿੱਚ ਕੀ ਹੈ summation ਕਰੋਗੇ ਤਾਂ summation over r nr ਆਪਣੇ ਕੋਲ ਜਿਹੜੇ ਬਾਉਂਡਰੀ ਕੰਡੀਸ਼ਨ ਲਗਾਈ ਹੋਈ ਹੈ ਉਹਦੀ corresponding ਆਪਣੇ ਕੋਲ ਕੈਪੀਟਲ n ਬਣ ਗਿਆ। ਇਹ ਚੀਜ਼ ਆਟੋਮੈਟਿਕਲੀ ਕੈਂਸਲ ਹੋ ਗਈ। ਅਲਟੀਮੇਟਲੀ ਜਿਹੜੀ ਚੀਜ਼ਾਂ ਆਪਣੇ ਕੋਲ ਬਚਣਗੀਆਂ ਉਹਦੀ corresponding ਆਪਾਂ ਰਿਜ਼ਲਟ ਲਿਖਾਂਗੇ। So the frequency with which the distribution appears will be proportional to w and r the proportional हो जाएगी। It will be large if w and r is large and vice versa। So the probability for the ensemble to have a distribution nr will be different large for large value of w। अब इस लिखने का कंसेप्ट ये है कि बेटा इससे तो सीधा देता हुआ है कि थर्मोडायनामिक प्रोबेबिलिटी की होएगी जिस सिस्टम ਦੇ ਵਿੱਚ नंबर ऑफ माइक्रोस्टेट्स ज्यादा होਣਗੇ ਉਹਦੀ corresponding ਉਹਦੀ ਸਿਸਟਮ ਦੀ ਅਕਰ ਹੋਣ ਦੀ probability ज्यादा होएगी। अगर सिस्टम ਦੀ ਅਕਰ ਹੋਣ ਦੀ probability ज्यादा है मतलब कि थर्मोडायनामिकल प्रोबेबिलिटी उस सिस्टम ਦੀ ज्यादा होएगी। तो अल्टीमेटली ਜਿਹੜਾ w ਫੈਕਟਰ ਹੈ ਜਿੰਨਾ ਜ਼ਿਆਦਾ ਵੱਡਾ ਹੋਏਗਾ ਕਿਸੇ ਸਟੇਟ ਦੇ ਲਈ ਉਨਾ ਹੀ ਜ਼ਿਆਦਾ ਸਿਸਟਮ ਉਸ ਸਟੇਟ ਦੇ ਵਿੱਚ ਜ਼ਿਆਦਾ ਸਟੇਬਲ ਹੋਏਗਾ। ਇਹ ਵਾਰ-ਵਾਰ ਰਿਪੀਟ ਕਰਦਾ ਰਹਿੰਦਾ। ਸੋ ਹੁਣ ਅਗਰ ਆਪਣਾ ਸਿਸਟਮ ਜਿਹੜਾ ਹੈ ਆਪਣੀ ਮੇਨ ਪੋਜੀਸ਼ਨ ਵਿੱਚ ਪਹੁੰਚ ਗਿਆ ਮੈਕਸਿਮਾਈਜ਼ਡ ਐਂਟਰੋਪੀ ਦੇ ਕੇਸ ਮੈਕਸਿਮਮ ਨੰਬਰ ਆਫ ਮਾਈਕਰੋਸਟੇਟਸ ਵਾਲੀ ਸਟੇਟ ਦੇ ਵਿੱਚ ਪਹੁੰਚ ਗਿਆ ਇਕੁਇਲਿਬ੍ਰੀਅਮ ਸਟੇਟ ਜਿਹਨੂੰ ਆਪਾਂ ਕਹਿੰਦੇ ਆ ਤਾਂ ਉਸ ਕੇਸ ਦੇ ਵਿੱਚ log of w ਕੀ ਹੋ ਜਾਏਗਾ ਬਿਕੋਜ਼ ਇਹਦੀ ਜਿਹੜੀ ਵੇਰੀਏਸ਼ਨ ਹੋਏਗੀ ਅਗਰ ਮੈਕਸਿਮਮ ਸਟੇਟ ਹੈ ਤਾਂ ਇਹ ਨੰਬਰ ਮੈਕਸਿਮਮ ਹੋ ਗਿਆ ਤਾਂ ਉਸ ਕੇਸ ਦੇ ਵਿੱਚ ਕੀ ਹੋਏਗਾ ਅਗਰ ਇਹਨੂੰ ਵੇਰੀ ਕਰਨ ਦੀ ਗੱਲ ਕਰੋਗੇ ਡੈਲਟਾ ਪੁੱਟ ਕਰੋਗੇ ਇਹਦੇ ਅੱਗੇ ਤਾਂ ਅਲਟੀਮੇਟਲੀ ਰਿਜ਼ਲਟ ਕੀ ਹੋਏਗਾ 0। ਸੋ ਮੈਕਸਿਮਾਈਜ਼ਡ ਵੈਲਿਊ ਦਾ ਡੈਰੀਵੇਟਿਵ log ਹੈ ਤਾਂ 0 ही होगा। जो log of w will just be a number maximum number ਉਹਦੇ केस ਵਿੱਚ ਆਪਣੇ ਕੋਲ डेल्टा 0 आ जाएगा तो वेरिएशन 0 आ जाएगा। सो ਇਹਦੀ ਵੈਲਿਊ ਵਗੈਰਾ ਪੁੱਟ ਕਰੋ बेटा वैल्यू वगैरह पुट करोगे तो अल्टीमेटली ਤੁਹਾਡੇ ਕੋਲ ਰਿਜ਼ਲਟ ਆਣਗੇ डेल्टा वेरिएशन ऑफ नंबर ऑफ पार्टिकल्स टोटल नंबर ऑफ पार्टिकल्स बिकॉज़ इट इज अ नंबर इस करके दी वैल्यू 0 रहेगी। चेंज कौन करेगा बेटा nr नंबर ऑफ पार्टिकल्स इन बॉक्स 1 इन बॉक्स 2 इन बॉक्स 3 एंड सो ऑन। अगर फर्स्ट टाइम ट्राई करांगे तो हो सकता है n1 ਦੇ ਵਿੱਚ फर्स्ट बॉक्स ਦੇ ਵਿੱਚ 10 ਪਾਰਟੀਕਲ ਆ ਜਾਣ ਸੈਕੰਡ ਟਾਈਮ ਟਰਾਈ ਕਰਾਂਗੇ ਤਾਂ 11 ਆ ਸਕਦੇ 12 ਆ ਸਕਦੇ तो ਇਸ ਕਰਕੇ ਇਹ ਵਾਲੇ ਫੈਕਟਰ ਜਿਹੜੇ ਵੇਰੀ ਕਰਨਗੇ। तो फर्स्ट टाइम ਕੀ ਹੋਏਗਾ a * b ਦੀ ਜਿਸ ਤਰ੍ਹਾਂ ਡੈਰੀਵੇਟਿਵ ਕੀਤਾ ਜਾਂਦਾ ਹੈ। ਸੋ ਫਸਟ ਪਹਿਲਾਂ पहले फर्स्ट ऑफ ऑल पहला फर्स्ट ऑफ द डेरिवेटिव तो डेल्टा ऑफ nr आ जाएगा दूसरी टर्म है सच प्लस नेक्स्ट टाइम nr एज ए nr बार हो जाएगा दूसरी बार डेरिवेटिव होएगा log ऑफ nr का उसके कोरस्पोंडिंग log ऑफ x का डेरिवेटिव लोगे तो 1/x ही आएगा इनटू डेरिवेटिव ऑफ x आ जाएगा। तो ये चीजें ਤੁਸੀਂ ਪੜੀਆਂ ਹੋਈਆਂ ਇਹਨੂੰ ਵਾਰ-ਵਾਰ ਆਪਾਂ ਰਿਪੀਟ ਨਹੀਂ ਕਰਦੇ। ਸੋ ਅਲਟੀਮੇਟਲੀ ਆਪਣੇ ਕੋਲ ਜਿਹੜਾ ਐਕਸਪ੍ਰੈਸ਼ਨ ਆਏਗਾ वो अपने को इस फॉर्म ਦੇ ਵਿੱਚ ਬਾਅਦ ਮਿਲ ਜਾਏਗਾ। सो डेल्टा nr अपने को बाहर आ जाएगा एंड log ऑफ nr + 1 ਦੇ ਕੋਰਸਪੋਂਡਿੰग अपने को एक टर्म मिलेगी। ਹੁਣ ਇਹਦਾ ਸੋਲੂਸ਼ਨ ਬਣਾਉਣ ਦੇ ਲਈ ਆਪਾਂ ਨੂੰ ਕੀ ਕਰਨਾ ਪਏਗਾ अपने को दो कंडीशंस ऑलरेडी ਦਿੱਤੀ ਹੋਈਆਂ summation over nr is a constant and summation over nr er is also a constant। अपने को ਕੀ ਹੋ ਜਾਏਗਾ ਇਹਦੇ ਉੱਪਰ ਵੀ ਡੈਲਟਾ ਅਪਲਾਈ ਕਰੀਏ ਤਾਂ ਕੀ ਹੋ ਜਾਏਗਾ ਡੈਲਟਾ ਆਫ nr will be equal to delta of n। delta of n ਕੀ ਹੁੰਦਾ ਹੈ बेटा टोटल नंबर ऑफ पार्टिकल्स का मैक्सिमाइज है मैक्सिमम इट इज ए नंबर इस करके दा डेरिवेटिव लोगे तो 0 हो जाएगा। er into delta of nr er ਦੇ ਕੋਰਸਪੋਂਡਿੰਗ ਆਪਾਂ ਨੰਬਰ ਆਫ ਪਾਰਟੀਕਲ ਡਿਸਟ੍ਰੀਬਿਊਟ ਕਰ ਰਹੇ ਹਾਂ ਇਸ ਕਰਕੇ delta of nr ਹੀ ਹੋਏਗਾ। ਨੰਬਰ ਆਫ ਪਾਰਟੀਕਲ ਕਿਹੜੇ ਬਾਕਸ ਵਿੱਚ ਕਿੰਨੇ ਜਾ ਰਹੇ हैं वो delta nr ही आएगा rather than delta er। इसे करके ਆਪਾਂ 0 कर देता राइट हैंड साइड e नॉट इज ए कांस्टेंट इस करके डेरिवेटिव 0। सो एसी ਦਾ ਸੋਲੂਸ਼ਨ ਫਾਈਂਡ ਆਊਟ ਕਰਨ ਦੇ ਲਈ ਕਿ ਸਿਸਟਮ ਕਿਸ ਤਰ੍ਹਾਂ ਬਿਹੇਵ ਕਰੇਗਾ ਉਸ ਚੀਜ਼ ਨੂੰ ਫਾਈਂਡ ਆਊਟ ਕਰਨ ਦੇ ਲਈ ਆਪਾਂ ਇੱਥੇ ਲੈਗਰਾਂਜੇ ਮਲਟੀਪਲਾਇਰ ਟੈਕਨੀਕ ਲੈਗਰਾਂਜੇ ਮੈਥਡ ਆਫ ਅਨਡਿਟਰਮਿਨਡ ਮਲਟੀਪਲਾਇਰ ਦਾ ਮੈਥਡ ਅਪਲਾਈ ਕਰਾਂਗੇ। ਸੋ ਜੇ ਆਪਣੇ ਕੋਲ ਜਿੰਨੇ ਵੀ ਕੇसेस ਹੈਗੇ ਆ ਜਿੰਨੇ ਬਾਉਂਡਰੀ ਕੰਡੀਸ਼ਨਸ ਹੈ ਉਹ ਆਪਾਂ ਸਾਈਮਲਟੇਨੀਅਸਲੀ ਇੰਪਲੀਮੈਂਟ ਕਰਾਂਗੇ।
ਸੋ ਇਹ ਆਪਣੀ ਜਿਹੜੀ ਮੇਨ ਇਕੁਏਸ਼ਨ ਹੈ ਉਹ ਇਹ ਵਾਲੀ ਦਿੱਤੀ ਹੋਈ ਹੈ ਜਿਹੜੀ ਆਪਣੇ ਰਿਜ਼ਲਟ ਸ਼ੋ ਕੀਤੇ ਹੈ ਐਂਡ ਜਿਹੜੀਆਂ ਬਾਉਂਡਰੀ ਕੰਡੀਸ਼ਨਸ ਹੈ ਬਾਉਂਡਰੀ ਕੰਡੀਸ਼ਨਸ ਨੂੰ ਇਹ ਕਾਂਸਟੈਂਟ ਦੇ ਨਾਲ ਮਲਟੀਪਲਾਈ ਕਰਕੇ ਆਪਾਂ ਇਹਦੇ ਵਿੱਚ ਐਡ ਕਰਨ ਦੀ ਗੱਲ ਕਰਾਂਗੇ। ਸੋ ਫਸਟ ਬਾਉਂਡਰੀ ਕੰਡੀਸ਼ਨ ਇਜ਼ ਡੈਲਟਾ nr ਇਕੁਅਲ ਟੂ 0 एंड दूसरी कंडीशन की है er डेल्टा nr इज इक्वल टू 0 इस करके दोनों ਨੂੰ ਇੱਕ से ਇੱਕ ਨੂੰ ਫਸਟ ਟਰਮ ਨੂੰ a ਨਾਲ ਮਲਟੀਪਲਾਈ ਕਰੋ ਸੈਕੰਡ ਨੂੰ b ਨਾਲ ਮਲਟੀਪਲਾਈ ਕਰੋ ਐਂਡ ਜਿਹੜੀ ਮੇਨ ਇਕੁਏਸ਼ਨ ਉਹਦੇ ਵਿੱਚ ਐਡ ਕਰ ਦਿਓ ਐਂਡ ਅਲਟੀਮੇਟਲੀ ਰਾਈਟ ਹੈਂਡ ਸਾਈਡ ਸ਼ੁੱਡ ਬੀ ਇਕੁਅਲ ਟੂ 0। ਇਹ ਲੈਗਰਾਂਜੇ ਅਨਡਿਟਰਮਿਨਡ ਮਲਟੀਪਲਾਇਰ ਦਾ ਫੰਡਾ ਹੈ। बट अनडिटरमिन्ड मल्टीप्लायर ਕਿਹੜਾ ਹੋ ਗਿਆ ਬੇਟਾ a and b। ਠੀਕ ਹੈ ਜੀ। ਸੋ ਸਮੇਸ਼ਨ ਓਵਰ r ਡੈਲਟਾ nr ਇਹਦੇ ਵਿੱਚੋਂ ਬਾਹਰ ਕੱਢ ਸਕਦੇ ਬੇਟਾ ਅਲਟੀਮੇਟਲੀ ਤੁਹਾਡੇ ਕੋਲ ਇਸ ਤਰ੍ਹਾਂ ਦੀ ਕੁਝ ਇਕੁਏਸ਼ਨ ਬਣੇਗੀ। ਇਹਦੀ a and b ਲੈਗਰਾਂਜੇ ਮਲਟੀਪਲਾਇਰ ਜਿਹੜੇ ਹੈਗੇ ਆ ਇਹ ਆਪਾਂ ਡਿਟਰਮਾਈਨ ਕਰਨੇ ਆ। ਅਲਟੀਮੇਟਲੀ ਆਪਣੇ ਕੋਲ ਕੀ ਹੋ ਜਾਏਗਾ ਡੈਲਟਾ nr ਤਾਂ 0 ਹੋ ਨਹੀਂ ਸਕਦਾ ਅਲਟੀਮੇਟਲੀ ਇਹ ਵਾਲੀ ਇਕੁਏਸ਼ਨ ਆਪਣੇ ਕੋਲ 0 ਹੋਣੀ ਚਾਹੀਦੀ ਹੈ। log of nr star will be equal to 1 minus a plus delta into minus b of er ਆਪਣੇ ਕੋਲ ਰਿਜ਼ਲਟ ਬਚੇਗਾ। log ਇਸ ਸਾਈਡ ਦੇ ਉੱਪਰ ਰਿਮੂਵ ਕਰ ਦਾਂਗੇ ਐਂਡ ਆਪਣੇ ਕੋਲ ਰਾਈਟ ਹੈਂਡ ਸਾਈਡ ਦੇ ਉੱਪਰ ਐਕਸਪੋਨੈਂਸ਼ੀਅਲ ਫੈਕਟਰ ਬਣਨਗੇ। ਹੁਣ ਇਹ ਆਪਣੇ ਕੋਲ ਕੀ ਹੈ ਕਿ ਨੰਬਰ ਹੋਏਗਾ ਬੇਟਾ ਅਲਟੀਮੇਟਲੀ ਇੱਕ ਕਾਂਸਟੈਂਟ ਬਣ ਸਕਦਾ ਹੈ ਟੋਟਲ ਦਾ ਟੋਟਲ ਇਸ ਕਰਕੇ ਨੂੰ c ਲਿਖਿਆ ਹੋਇਆ ਹੈ ਐਂਡ ਬਾਕੀ ਸਾਰਾ ਪਾਰਟ ਐਸ ਸੱਚ ਆ ਜਾਏਗਾ e raised to minus b er। ਸੋ c and b ਕੀ ਹੋ ਜਾਏਗਾ ਬੇਟਾ ਇਹਦੇ c and b ਆਰ ਅਨਡਿਟਰਮਿਨਡ ਮਲਟੀਪਲਾਇਰਸ ਉਹਨੂੰ ਸੋਲਵ ਕਰਨ ਲਈ ਕਿਸ ਤਰ੍ਹਾਂ ਤਰੀਕਾ ਹੋਏਗਾ ਆਪਨੂੰ ਕੋਈ ਜਿਹੜੀ ਬਾਉਂਡਰੀ ਕੰਡੀਸ਼ਨ ਦਿੱਤੀਆਂ ਹੋਣਗੀਆਂ ਸਮੇਸ਼ਨ ਓਵਰ r nr ਸਟਾਰ ਇਟ ਵਿਲ ਬੀ ਇਕੁਅਲ ਟੂ n। ਇਹ ਸਟਾਰ ਵਰਡ ਦਾ ਮਤਲਬ ਕੀ ਹੈ ਆਪਣੇ ਕੋਲ ਮੈਕਸਿਮਾਈਜ਼ਡ ਸਟੇਟ ਹੈ ਜਿਸ ਦੀ ਕੋਰਸਪੋਂਡਿੰਗ ਪ੍ਰੋਬੇਬਿਲਿਟੀ ਮੈਕਸਿਮਮ ਹੋਏਗੀ। ਸਟਾਰ ਵਰਡ ਦਾ ਮਤਲਬ ਇਹੀ ਹੈ ਕਿ ਆਪਾਂ ਮੈਕਸਿਮਮ ਪ੍ਰੋਬੇਬਿਲਿਟੀ ਦੀ ਸਟੇਟ ਨੂੰ ਕੰਸੀਡਰ ਕਰ ਰਹੇ ਹਾਂ। ਸੋ summation over rc into e raised to minus beta er is equal to n ਇਸ ਕਰਕੇ c ਆਪਣੇ ਕੋਲ ਕਾਂਸਟੈਂਟ ਨੰਬਰ ਹੈ ਇਸ ਕਰਕੇ ਉਹਨੂੰ ਆਪਾਂ ਸਿੱਧਾ ਸਿੱਧਾ ਲਿਖ ਸਕਦੇ ਹਾਂ। ਉਸ ਤੋਂ ਬਾਅਦ nr ਸਟਾਰ ਜਿਹੜਾ ਹੈ ਉਹਦੀ ਵੈਲਿਊ ਆਪਾਂ ਫਾਈਂਡ ਆਊਟ ਕਰ ਸਕਦੇ ਹਾਂ। ਇਟ ਵਿਲ ਬੀ ਗਿਵਨ ਬਾਈ ਲਾਈਕ ਦਿਸ। ठीक है बेटा। सो nr स्टार अपने को डिवाइड बाय n विल बी इक्वल टू इतना y इक्वल टू नहीं है बेटा ये तो राइट हैंड साइड एरो पा लेना तो इट विल बी गिविंग बाय लाइक दिस वैल्यू। सो इस तरह से कुछ रिजल्ट बना देगा। we also have nr star into er is equal to e naught ਦੇ ਕਨਸੈਪਟ ਦੇ ਬਰਾਬਰ ਆਂਦਾ ਹੈ। ਇਹਦੇ ਵਿੱਚ ਵੀ ਆਪਾਂ ਵੈਲਿਊ ਵਗੈਰਾ ਫਿਲ ਕਰਕੇ ਫਾਈਂਡ ਆਊਟ ਕਰ ਸਕਦੇ ਹਾਂ। that is nr star into er which will be given by summation over nr ਦੀ ਵੈਲਿਊ ਵਗੈਰਾ ਫਿਰ ਚੱਕ ਕੇ ਫਿਲ ਕੀਤੀ ਹੋਈ ਹੈ er star ਐਸ ਐਚ ਆਏਗਾ। you can simply rewrite and ਇਹਨੂੰ ਆਪਾਂ ਇੱਕ ਹੋਰ ਫਾਰਮ ਵਿੱਚ ਲਿਖਿਆ ਸੀ n into u ਦੀ ਫਾਰਮ ਦੇ ਵਿੱਚ ਐਵਰੇਜ એનર્ਜੀ ਤੇ ਐਵਰੇਜ એનર્ਜੀ ਆਪਾਂ ਇਥੋਂ ਕੱਢ ਸਕਦੇ ਹਾਂ। so the probability for the system to be in energy state is pr prime pr or pr prime then average energy is given by average energy ਆਪਾਂ ਨੂੰ ਪਤਾ ਹੈ probability ਅਗਰ ਆਪਣੀ ਦਿੱਤੀ ਹੋਈ ਹੈ ਤਾਂ ਉਹਦੇ ਕੋਰਸਪੋਂਡਿੰਗ ਆਪਾਂ ਐਵਰੇਜ એનર્ਜੀ ਕੱਢ ਸਕਦੇ ਹਾਂ। ਇਹ ਸਿੰਪਲ ਐਕਸਪ੍ਰੈਸ਼ਨਸ ਨੇ। ਸੋ ਆਪਣੇ ਕੋਲ એનર્ਜੀ ਐਕਸਪ੍ਰੈਸ਼ਨ ਹੈ ਉਹਨੂੰ ਇਸ ਇਕੁਏਸ਼ਨ ਦੇ ਨਾਲ ਕੰਪੇਅਰ ਕਰੋ ਤਾਂ probability ਆਪਾਂ ਇਹਦੇ ਵਿੱਚੋਂ ਆਪਣੇ ਕੋਲ ਬਾਹਰ ਆ ਜਾਏਗੀ और simply which is nothing but अपने को ਜਿਹੜਾ ਪਹਿਲਾ ਐਕਸਪ੍ਰੈਸ਼ਨ ਲਿਖਿਆ ਹੋਇਆ ਸੀ ਉਹੀ ਐਕਸਪ੍ਰੈਸ਼ਨ ਆਪਣੇ ਕੋਲ ਦੁਬਾਰਾ ਆ ਜਾਏਗਾ। so pr will be equal to e raised to minus b er divided by summation over r e raised to minus beta er b er ਦੇ ਬਰਾਬਰ ਆ ਜਾਏਗਾ which is equal to nr star divided by n ਦੇ ਬਰਾਬਰ ਆਏਗਾ। तो सिंपल मैथमेटिक्स है ज्यादा कोई हार्ड एंड फास्ट नहीं है। सो अपने को सीधा सीधा ये वाला पता आएगा। सो ਇਹਦੀ ਐਵਰੇਜ ਵੈਲਿਊ ਲਿਖ ਦਿਓ ਤੁਸੀਂ ਇਹਨੂੰ ਉਸ ਐਕਸਪੈਕਟੇਸ਼ਨ ਵੈਲਿਊ ਲਿਖ ਦਿਓ nr ਸਟਾਰ ਪਾ ਲਓ ਅਲਟੀਮੇਟਲੀ ਤੁਹਾਡੇ ਕੋਲ ਇਸ ਤਰ੍ਹਾਂ ਦੇ ਫੈਕਟਰ ਆਣਗੇ। ਸੋ ਇਸ ਚੀਜ਼ ਨੂੰ ਸੋਲਵ ਕਰਨ ਦਾ ਕੀ ਹੈ ਆਪਣੇ ਕੋਲ ਇਸ ਚੀਜ਼ ਸੋਲਵ ਕਰਨ ਦੇ ਲਈ ਲਿਖ ਸਕਦੇ ਹੋ ਕਿ ਇਸ ਨੂੰ ਰੀਅਰੇਂਜ ਕਰ ਸਕਦੇ ਹੋ ਤੁਸੀਂ ਇਨ ਡਿਫਰੈਂਟ ਫਾਰਮ। ਸੋ -1/b कर्ल बाय कर्ल ऑफ er ऑफ दिस वेक्टर अगर log of x का डेरिवेटिव लाओगे तो 1/x into डेरिवेटिव ऑफ x आ जाएगा। सो 1/x नीचे आ गया बेटा डेरिवेटिव ऑफ दिस थिंग विल बी लाइक दैट ਤੁਹਾਡੇ ਕੋਲ ਆਨਸਰ ਆਉਣ ਲੱਗ ਜਾਣਗੇ। ਤੁਸੀਂ ਇਹਨੂੰ ਸੋਲਵ ਕਰਕੇ ਦੇਖ ਲਿਓ ਅਲਟੀਮੇਟਲੀ ਇਹੀ ਚੀਜ਼ ਬਣੇਗੀ। ਸੋ ਇਹਨੂੰ ਫਾਰਮੂਲੇਟ ਕਰਨ ਦਾ ਤਰੀਕਾ ਹੈ। ਸੋ ਪ੍ਰੋਬੇਬਿਲਿਟੀ ਆਪਣੇ ਕੋਲ ਆ ਗਈ ਉਸੇ ਤਰ੍ਹਾਂ ਆਪਾਂ એનર્ਜੀ ਦੀ ਵੈਲਿਊ ਵੀ ਇਹਦੇ ਵਿੱਚ ਫਾਈਂਡ ਆਊਟ ਕਰਨ ਦੀ ਗੱਲ ਕਰਾਂਗੇ। ਜਿਹੜੀ એનર્ਜੀ ਫਾਈਂਡ ਆਊਟ ਕਰਤੀ ਹੈ ਉਸੇ ਨੂੰ ਵੀ ਕਰਲ ਬਾਈ ਕਰਲ v ਦੀ ਫਾਰਮ ਦੇ ਵਿੱਚ ਲਿਖ ਸਕਦੇ ਆਪਾਂ। ਫਾਈਂਡ ਆਊਟ ਕੀ ਕਰਨਾ ਹੈ what is b and what is c ਦੇ ਕੋਰਸਪੋਂਡਿੰਗ। ਠੀਕ ਹੈ ਜੀ। ਉਸ ਤੋਂ ਬਾਅਦ ਆਪਣੇ ਕੋਲ ਕੀ ਹੈ ਆਪਾਂ ਰਾਈਟ ਹੈਂਡ ਸਾਈਡ ਨੂੰ ਮੰਨ ਕੇ ਚੱਲਦੇ ਹਾਂ ac ਜਿਹੜੀ ਕੋਈ ਟਰਮ ਲਿਖੀ ਹੋਈ ਹੈ ਇਹਨੂੰ ਆਪਾਂ ਮੰਨ ਲੈਂਦੇ a। सो अल्टीमेटली ਕੀ ਹੋ ਜਾਏਗਾ b of a is equal to minus log of summation over r e raised to minus b er ਦੇ ਬਰਾਬਰ ਆ ਜਾਏਗਾ। ਸੋ ba ਕੀ ਹੋ ਗਿਆ ਬੇਟਾ ਇਹ ਆਪਣੇ ਕੋਲ ਸਿੰਪਲ ਇੱਕ ਨੰਬਰ ਹੋ ਗਿਆ। ਇਟ ਇਜ਼ ਅ ਫੰਕਸ਼ਨ ਆਫ ਅਨਡਿਟਰਮਿਨਡ ਮਲਟੀਪਲਾਇਰ b ਐਂਡ ਅਲਾਉਡ એનર્ਜੀ ਵੈਲਿਊਜ਼ ਸਪੈਕਟਰਮ ਜਿਹੜਾ ਗਿਆ er ਦੇ ਬਰਾਬਰ ਆਏਗਾ। ठीक है। इनफाइनाइट सिंबल वेरिएशन की हो जाएगी अल्टीमेटली इस केस ਦੇ ਵਿੱਚ ਆਪਣੇ ਕੋਲ ਦੇਖ ਸਕਦੇ ਹੋ ਬੇਟਾ अगर ਆਪਾਂ ac ਦਾ ਡੈਰੀਵੇਟਿਵ ਕਰੀਏ d of b into a ਆਪਾਂ ਕਰੀਏ ਤਾਂ ਇਹਦੇ ਵਿੱਚ ਫਸਟ ਟਰਮ ਆ ਗਈ ਸੈਕੰਡ ਟਰਮ ਆ ਗਈ। ਫਸਟ ਇੱਕ ਵਾਰੀ ਫਸਟ ਟਰਮ ਦਾ ਡੈਰੀਵੇਟਿਵ ਕਰੋਗੇ ਦੂਸਰੀ ਟਰਮ ਸੈਕੰਡਰੀ ਟਰਮ ਦਾ ਡੈਰੀਵੇਟਿਵ ਕਰੋਗੇ ਤਾਂ ਉਸ ਤਰ੍ਹਾਂ ਦਾ ਰਿਜ਼ਲਟ ਆਏਗਾ। ਠੀਕ ਹੈ ਜੀ। ਸੋ ਇਸ ਕਰਕੇ ਆਪਣੇ ਕੋਲ ਰਿਜ਼ਲਟ ਆ ਗਿਆ। ਸੋ ਇੱਕ ਵਾਰੀ ਆਪਣੇ ਕੋਲ ਰਿਜ਼ਲਟ ਆ ਗਿਆ ਫਸਟ ਟਾਈਮ ਵਿਦ ਰਿਸਪੈਕਟ ਟੂ b ਸੈਕੰਡ ਟਾਈਮ ਵਿਦ ਰਿਸਪੈਕਟ ਟੂ er ਬਿਕਾਜ਼ ਆਪਾਂ ਹੁਣੇ ਫਾਈਂਡ ਆਊਟ ਕਰਕੇ ਹਟੇ ਆ ਕਿ d of b of a ਜਿਹੜਾ ਹੈ ਇਹ ਤੁਹਾਡੇ ਕੋਲ ਇੱਕ b ਦਾ ਫੈਕਟਰ ਹੈ ਇੱਕ er ਦਾ ਫੈਕਟਰ ਹੈ। ਇਹ ਦੋਨਾਂ ਚੀਜ਼ਾਂ ਦੇ ਉੱਪਰ ਡਿਪੈਂਡ ਕਰਦਾ ਹੈ ਅਦਰਵਾਈਜ਼ ਇਹ ਡਿਪੈਂਡ ਨਹੀਂ ਕਰੇਗਾ ਕਿਸੇ ਚੀਜ਼ ਦੇ ਉੱਪਰ।
बार b ਦੇ ਨਾਲ ਡੈਰੀਵੇਟਿਵ, ਇੱਕ er ਦੇ ਨਾਲ ਡੈਰੀਵੇਟਿਵ। उसी तो बाद ਇਹਨੂੰ ਲਿਖ ਸਕਦੇ ਹੋ बेटा ਕਰਲ ਬਾਈ ਕਰਲ b, ਇਹਦੇ ਵਿੱਚ b ਇਹਦੀ ਵੈਲਿਊ ਵਗੈਰਾ ਫਿਲ ਕਰ ਦਿਓ। ਉਸ ਤੋਂ ਬਾਅਦ ਤੁਸੀਂ ਇਹਨੂੰ ਸੋਲਵ ਆਊਟ ਕਰਨ ਦੀ ਕੋਸ਼ਿਸ਼ ਕਰੋ। ਅਲਟੀਮੇਟ ਤੁਹਾਡੇ ਕੋਲ ਕੀ ਆ ਜਾਏਗਾ, ਜਿਹੜਾ ਇਹ ਵਾਲਾ ਫਸਟ ਐਕਸਪ੍ਰੈਸ਼ਨ ਹੈ ਇਸ ਇਜ਼ ਨਥਿੰਗ ਬਟ ਇੰਟਰਨਲ એનર્ਜੀ ਤੁਹਾਡੇ ਕੋਲ ਜਿਹੜੀ ਐਵਰੇਜ એનર્ਜੀ ਹੋਗੀ ਇਨਟੂ dB, ਜਿਹੜਾ ਸੈਕੰਡ ਪਾਰਟ ਹੈ ਉਹ n ਆਫ r ਦੀ ਐਕਸਪੈਕਟੇਸ਼ਨ ਵੈਲਿਊ ਲਿਖੀ ਹੋਈ ਹੈ ਡਿਵਾਈਡਡ ਬਾਈ n ਦੇ ਬਰਾਬਰ ਆ ਜਾਏਗਾ। ਉਹ ਤੁਸੀਂ ਇਹਨੂੰ ਇਸ ਫਾਰਮ ਦੇ ਵਿੱਚ ਲਿਖ ਸਕਦੇ ਹੋ। n ਕੀ ਹੈ बेटा टोटल नंबर है, इस करके बाहर आ जाएगा, r ਦੇ ਉੱਪਰ ਡਿਪੈਂਡ ਨਹੀਂ ਕਰੇਗਾ, ਇਸ ਕਰਕੇ ਸੈਪਰੇਟ ਆਊਟ ਲਿਖਿਆ। ਉਸ ਤੋਂ ਬਾਅਦ ਆਪਾਂ ਕਰਦੇ ਹਾਂ d ਆਫ bu, ਅਗਰ ਠੀਕ ਹੈ ਪਹਿਲਾਂ b ਆਫ a ਫਾਈਂਡ ਆਊਟ ਕੀਤਾ ਸੀ, ਹੁਣ b ਆਫ u ਫਾਈਂਡ ਆਊਟ ਕਰੋਗੇ। ਸਿਮਿਲਰਲੀ ਇੱਥੇ ਵੀ ਆਪਣੇ ਕੋਲ ਤੁਹਾਡੇ ਕੋਲ ਇੱਕ b ਦੇ ਉੱਪਰ ਡਿਪੈਂਡ ਕਰ ਰਿਹਾ, ਇੱਕ u ਦੇ ਉੱਪਰ ਡਿਪੈਂਡ ਕਰ ਰਿਹਾ, ਦੋਨਾਂ ਨੂੰ ਅਲਟੀਮੇਟਲੀ ਤੁਸੀਂ ਸੋਲਵ ਆਊਟ ਕਰਕੇ ਦੇਖ ਸਕਦੇ ਹੋ। ਹੁਣ ਆਪਣੇ ਕੋਲ ਕੀ ਆ ਗਿਆ बेटा, ਜਿਹੜੀ ਫਸਟ ਜਿਹੜੀ b ਆਫ a ਵਾਲੀ ਇਕੁਏਸ਼ਨ ਹੈ ਉਹਦੇ ਵਿੱਚ ਆਪਾਂ ਸਿੰਪਲ ਇਹਦੀ ਵਿੱਚ ਵੈਲਿਊ ਵਗੈਰਾ ਫਿਲ ਕਰਾਂਗੇ। ਆਪਣੇ ਕੋਲ ਜਿਹੜਾ ਰਿਜ਼ਲਟ ਲਿਖਿਆ ਹੋਇਆ ਉਹਦੇ ਕੋਰਸਪੋਂਡਿੰਗ ਆਪਾਂ ਰਿਜ਼ਲਟ ਲਿਖਿਆ d ਆਫ bu ਮਾਈਨਸ d ਆਫ ba। ਜਿਹੜੀ ਪਹਿਲੀ ਵਾਲੀ ਇਕੁਏਸ਼ਨ ਸੀ ba ਵਾਲੀ ਉਹਦੇ ਐਂਡ bu ਵਾਲੀ, ਦੋਨਾਂ ਨੂੰ ਆਪਸ ਵਿੱਚ ਮਾਈਨਸ ਕਰੋਗੇ ਤਾਂ ਅਲਟੀਮੇਟਲੀ ਤੁਹਾਡੇ ਕੋਲ ਇਹ ਫਾਈਨਲ ਰਿਜ਼ਲਟ ਮਿਲ ਜਾਏਗਾ। ਸੋ ਅਲਟੀਮੇਟਲੀ ਕੀ ਹੋ ਗਿਆ बेटा, ਇਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰੋਗੇ ਤਾਂ d ਆਪਣੇ ਕੋਲ ਬਾਹਰ ਟੋਟਲ ਡੈਰੀਵੇਟਿਵ, ਇਹਦੇ ਵਿੱਚ ਕੀ ਹੋ ਗਿਆ बेटा a ਮਾਈਨਸ b ਹੈ, ਇਸ ਕਰਕੇ ਆਪਾਂ ਨੂੰ ਸਿੰਪਲੀ ਲਿਖ ਸਕਦੇ ਹਾਂ d ਆਫ u ਮਾਈਨਸ d ਆਫ a। ਸਿੰਪਲੀ ਲਿਖ ਸਕਦੇ ਹੋ ਬਿਕੋਜ਼ d ਡੈਰੀਵੇਟਿਵ ਆਫ a plus a minus b is equal to derivative of a minus derivative of b ਹੋਏਗਾ। ਸੋ ਇਸ ਕਰਕੇ ਆਪਾਂ ਨੂੰ ਸਿੰਪਲੀ ਡਿਨੋਟ ਕੀਤਾ ਹੋਇਆ। ਸੋ ਦੇਖੋ बेटा ਹੁਣ ਡੈਰੀਵੇਟਿਵ ਬਾਹਰ ਹੈ बेटा, ਇਹ b ਫੈਕਟਰ ਅੰਦਰ ਹੈ, ठीक है। लेकिन ਹੁਣ ਇਹਦੇ ਵਿੱਚ ਕੀ ਹੈ, b ਫੈਕਟਰ ਬਾਹਰ ਹੈ, ਡੈਰੀਵੇਟਿਵ ਸਾਰੇ ਦਾ ਸਾਰਾ ਅੰਦਰ ਹੈ। ਅਲਟੀਮੇਟਲੀ ਕੀ ਹੈ, b must be a fundamental, ਕੀ ਹੋਏਗਾ बेटा, say hence b is an infinite simple change in the average value of the element in the ensemble or something like that। so ultimately ਜਿਹੜੀ ਚੀਜ਼ ਕੰਮ ਕਰਨ ਵਾਲੀ ਹੈ ਉਹ ਆਪਾਂ ਦੱਸ ਸਕਦੇ ਹਾਂ। ओके ਇਹਦੇ ਵਿੱਚ ਲਿਖਿਆ ਹੋਇਆ ਕਿ ਨਹੀਂ ਲਿਖਿਆ ਹੋਇਆ ਡੋਂਟ नो, ठीक है। तो पढ़ने पेगा अपन इन्हें प्रॉपर्ली लिखा कि नहीं लिखा डोंट नो। Since n of r is the equilibrium or average value, average number of elements in the ensemble that have energy E of r, nr into d er is the total number of total change in the energy of the all the elements in the ensemble that have energy E of r, all accordingly n of r into der elements will be the total energy change in all the elements of the ensemble, and the negative sign indicates that the ensemble has lost this much of energy, and n of r der like that. But we know that ensemble is completely isolated from the surrounding, so that only way to lose this energy is by doing some type of work। so अपने को ये टर्म की हो जाएगी 1 minus 1 by n in expression over r nr der के corresponding अपने को रिजल्ट बनेगा। so कहने का मतलब कुछ है ਆਪਣੇ ਕੋਲ ਕੀ ਹੈ, ਇਹਨਾਂ ਪਾਰਟੀਕਲ ਦੇ ਕੋਰਸਪੋਂਡਿੰਗ ਜਿਹੜਾ એનર્ਜੀ ਚੇਂਜ ਹੋ ਰਿਹਾ ਉਹਨੂੰ ਡਿਪਿਕਟ ਕੀਤਾ ਹੋਇਆ बेटा। એનર્ਜੀ ਚੇਂਜ ਕਿਉਂ ਹੋਏਗਾ, એનર્ਜੀ ਚੇਂਜ ਤਾਂ ਹੋਏਗਾ ਅਗਰ ਕਿਸੇ ਟਾਈਪ ਦਾ ਕੋਈ ਵਰਕ ਡਨ ਕੀਤਾ ਹੋਇਆ। ਸੋ ਇੱਥੇ ਆਪਣੇ ਕੋਲ ਕੀ बेटा ਨੈਗੇਟਿਵ ਸਾਈਨ ਹੈ, ਤਾਂ ਇਹ ਵਾਲੀ ਟਰਮ ਦੇ ਕੋਰਸਪੋਂਡਿੰਗ એનર્ਜੀ ਹਮੇਸ਼ਾ ਲੂਜ਼ ਕਰੇਗਾ। ਸੋ ਇਟ ਸਮਥਿੰਗ ਆਪਣਾ ਕੀ ਹੈ, ਹੁਣ ਆਪਣਾ ਸਿਸਟਮ ਟੋਟਲੀ ਆਈਸੋਲੇਟਡ ਹੈ, ਇਸ ਕਰਕੇ ਕੀ ਹੋਏਗਾ ਕਿਸੇ ਨਾ ਕਿਸੇ ਤਰ੍ਹਾਂ ਦਾ ਜਿਹੜਾ ਵਰਕ ਡਨ ਹੋਏਗਾ, ਓਨਲੀ ਵੇ ਇਟ ਕੈਨ ਲੂਜ਼ એનર્ਜੀ ਇਜ਼ ਬਾਈ ਡੂਇੰਗ ਸਮ ਕਾਈਂਡ ਆਫ ਵਰਕ ਦੈਟ ਇਜ਼ ਕੰਸੀਕੁਐਂਟਲੀ। इवनली टर्म की हो जाएगी बेटा एक टाइप ਦਾ ਤੁਹਾਡੇ ਕੋਲ ਵਰਕ ਡਨ ਹੋਏਗਾ, this term will correspond to average work। so simply ਕੀ ਹੋ ਜਾਏਗਾ बेटा, ਜਿਹੜੀ ਆਪਾਂ ਹੁਣੇ ਇਕੁਏਸ਼ਨ ਲਿਖ ਕੇ ਆਏ d of b u minus a is equal to b, ਆਪਣੇ ਕੋਲ ਪਹਿਲੀ ਟਰਮ du ਸੀ, ਦੂਸਰੀ ਟਰਮ ਜਿਹੜੀ ਲਿਖੀ ਹੋਈ ਸੀ ਉਹਨੂੰ ਆਪਾਂ dw ਦੇ ਨਾਲ ਰਿਪਲੇਸ ਕਰਤਾ। ਇਹ ਸਾਰੀ ਟਰਮ ਜਿਹੜੀ ਹੈ ਆਪਾਂ dw ਦੇ ਨਾਲ ਰਿਪਲੇਸ ਕੀਤੀ ਹੈ। ਹੁਣ ਆਪਣੇ ਕੋਲ ਇਹ ਕੀ ਹੈ बेटा, du plus dw is equal to dq ਦੇ ਬਰਾਬਰ ਹੁੰਦਾ ਹੈ, it is equal to tds ਦੇ ਬਰਾਬਰ ਹੋ ਜਾਂਦਾ ਹੈ। ਅਲਟੀਮੇਟਲੀ ਤੁਸੀਂ ਦੇਖ ਸਕਦੇ ਹੋ ਲੈਫਟ ਬੇਟਾ ਅਬਾਵੇ ਕਿਸੇ ਦੇ ਵਿੱਚ ਕੀ ਹੈ बेटा, ਅਗਰ ਮੈਂ ਜਿਹੜੀ ਸਟਾਰਟਿੰਗ ਦੇ ਵਿੱਚ ਦੱਸ ਰਿਹਾ ਸੀ ਇਨਸਾਈਡ ਇੱਥੇ ਕੀ ਹੋਇਆ, ਤੁਹਾਡੇ ਕੋਲ b ਪੈਰਾਮੀਟਰ ਦਿੱਤਾ ਹੋਇਆ, ਇੱਥੇ ਤੁਹਾਡੇ ਕੋਲ ਸਾਰਾ ਪੈਰਾਮੀਟਰ ਬਾਹਰ ਹੈ। ਮਤਲਬ ਕੀ ਹੈ b ਪੈਰਾਮੀਟਰ ਜਿਹੜਾ ਇੱਕ ਮਿੰਟ बेटा एक्सक्यूज मी, हाँ जी बेटा। सो ਆਪਾਂ ਜਿੱਥੇ ਤੱਕ ਪਹੁੰਚੇ ਆ, ਆਪਾਂ ਅੱਜ ਇੱਥੇ ਤੱਕ ਡਿਸਕਸ ਕੀਤਾ ਹੈ। ਸੋ ਅਲਟੀਮੇਟਲੀ ਆਪਾਂ ਕਵਲ ਜੀ ਨਹੀਂ ਆਇਆ। ਸੋ ਅਲਟੀਮੇਟਲੀ ਆਪਣੇ ਕੋਲ ਕੀ ਹੈ बेटा, ਇੱਕ ਮਿੰਟ बेटा।
सो अपने टाइमिंग खत्म हो रहा है बेटा, बाकी चीज ਆਪਾਂ नेक्स्ट टाइम डिस्कस करांगे। सो ब्लिंकिंग शुरू हो गई है, सो बाकी चीजें नेक्स्ट टाइम। थैंक यू वेरी मच।